Hello, dear students. Good morning. How are you? 10th grade ਆਪਾਂ ਬੱਚੇ ਚੈਪਟਰ ਪੜ੍ਹਦੇ ਸੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਕੀ ਸਭ ਸੁੱਖ ਸਾਂਦ ਹੈ। ਇਹਦੀ ਆਪਾਂ ਸਟੋਰੀ ਨੂੰ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਲਰਨ ਕਰਨਾ। ਆਪਾਂ ਦੋ ਪੈਰੇ ਜਿਹੜੇ ਇਹਦੇ ਹੈਗੇ ਨੇ ਸਟੋਰੀ ਦੇ ਇੱਥੇ ਪੜ੍ਹ ਲਏ ਸੀ। ਤੁਹਾਨੂੰ ਪਤਾ ਇਹਦੇ ਵਿੱਚ ਇੱਕ ਪਾਤਰ ਹੈ ਮੋਹਨ ਸਿੰਘ ਜੋ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਹੈ ਪਿੰਡ ਦਾ ਸਭ ਤੋਂ, ਤੇ ਪਿੰਡ ਦੇ ਸਾਰੇ ਲੋਕੀ ਕੀ ਕਰਦੇ ਨੇ ਉਸ ਤੋਂ ਚਿੱਠੀਆਂ ਲਿਖਵਾਉਣ ਦੇ ਨੇ, ਉਹਦੇ ਤੇ ਬਹੁਤ ਜ਼ਿਆਦਾ ਟਰਸਟ ਕਰਦੇ ਨੇ। ਪਰੰਤੂ ਕੀ ਹੈ ਉਹ ਇਦਾਂ ਦੀਆਂ ਚਿੱਠੀਆਂ ਲਿਖ ਕੇ ਬਹੁਤ ਹੀ ਜ਼ਿਆਦਾ ਅੱਕ ਚੁੱਕਿਆ। ਚਲੋ ਅੱਜ ਆਪਾਂ ਨੈਕਸਟ ਪੜ੍ਹਦੇ ਹਾਂ, ਦੇਖਦੇ ਹਾਂ ਇਹਦੇ ਵਿੱਚ ਹੋਰ ਅੱਗੇ ਉਹ ਕਵੀ ਕੀ ਕਹਿੰਦਾ ਹੈ। ਕੋਈ ਕਹਿੰਦੀ ਹੈ ਕਿ ਇਵੇਂ ਲਿਖ ਕੇ ਉਹ ਚਿੱਠੀ ਰਾਹੀਂ ਦੱਸ ਦੇਵੇ ਕਿ ਉਹ ਮਹੀਨੇ ਵਿੱਚ ਉਸ ਨੂੰ ਲੈਣ ਆਵੇਗਾ, ਭਾਵੇਂ ਨਾ ਹੀ ਆਵੇ ਪਰ ਚਿੱਠੀ ਦਾ ਦਿਲਾਸਾ ਦੇ ਦੇਵੇ। ਫਿਰ ਜਿੱਦਾਂ ਇੱਕ ਕੁੜੀ ਆਪਣੇ ਘਰ ਵਾਲੇ ਫੌਜੀ ਨੂੰ ਚਿੱਠੀ ਲਿਖਵਾਉਂਦੀ ਹੈ ਉਸ ਮੋਹਨ ਸਿੰਘ ਦੇ ਹੱਥੋਂ, ਕਹਿੰਦੀ ਹੈ ਕਿ ਤੂੰ ਕੋਈ ਲਾਰਾ ਲਿਖ ਦੇ ਕਿ ਮੈਂ ਤੈਨੂੰ ਲੈਣ ਆਵਾਂਗਾ, ਜਿਹਦੇ ਨਾਲ ਮੇਰੇ ਮਨ ਨੂੰ ਕੀ ਆ ਦਿਲਾਸਾ ਮਿਲ ਜਾਵੇਗਾ। ਕਹਿੰਦੀ ਲਿਖ ਤਾਂ ਦੇ, ਭਾਵੇਂ ਝੂਠਾ ਹੀ ਲਿਖ ਦੇ, ਚਿੱਠੀਆਂ ਲਿਖ ਕੇ ਥੱਕ ਜਾਣਾ। ਮੋਹਨ ਸਿੰਘ ਲੋਕਾਂ ਦੀਆਂ ਵਾਰਿਸ਼ਾਂ ਦੀਆਂ ਬੈਂਤਾਂ, ਕਬੀਰ ਦੇ ਦੋਹਰਿਆਂ ਵਾਲੀਆਂ ਚਿੱਠੀਆਂ ਅਤੇ ਟੋਟਕਿਆਂ ਵਾਲੀਆਂ ਚਿੱਠੀਆਂ ਲਿਖ ਕੇ ਕੀ ਹੈ ਬਹੁਤ ਹੀ ਥੱਕ ਗਿਆ ਹੈ। ਕਈ ਵਾਰ ਲੋਕ ਕਹਿੰਦੇ ਹਨ ਕਿ ਸਾਨੂੰ ਦੂਜਿਆਂ ਵਾਂਗ ਟੋਟਕੇ ਨਹੀਂ ਲਿਖਵਾਉਣੇ ਆਉਂਦੇ, ਜੋ ਗੱਲ ਤੈਨੂੰ ਚੰਗੀ ਲੱਗਦੀ ਹੈ ਆਪੇ ਹੀ ਲਿਖ ਦੇ ਵੀ, ਸਾਡੀ ਰਾਮ ਨਾਮ ਸਤ ਜ਼ਰੂਰ ਲਿਖ ਦੇ ਵੀ। ਉਹ ਪਰੇਸ਼ਾਨ ਹੋ ਜਾਂਦਾ ਹੈ ਕਿ ਉਹ ਕੀ ਲਿਖੇ। ਕਈ ਵਾਰ ਕੁੜੀਆਂ ਨੂੰ ਕਹਿੰਦੇ ਖੁਦ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਲਿਖਵਾਉਣਾ ਚਾਹੁੰਦੀਆਂ ਨੇ। ਫਿਰ ਉਹ ਮੋਹਨ ਸਿੰਘ ਨੂੰ ਕਹਿੰਦੀਆਂ ਨੇ, ਕਹਿੰਦੀ ਅਸੀਂ ਕਿਹੜਾ ਕਦੇ ਚਿੱਠੀਆਂ ਲਿਖਵਾਈਆਂ ਨੇ, ਠੀਕ ਹੈ। ਕਹਿੰਦੀ ਜੋ ਤੈਨੂੰ ਚੰਗਾ ਲੱਗਦਾ ਤੂੰ ਆਪਣੇ ਕੋਲੋਂ ਕੋਈ ਵੀ ਦੋਹਰੇ ਚਿੱਠੀਆਂ ਵਾਰਿਸ਼ਾਂ ਦੇ ਜਿੱਦਾਂ ਕਿ ਬੈਂਤਾਂ, ਠੀਕ ਹੈ, ਆਦਿ ਬਣਾ ਕੇ ਲਿਖ ਦੇ। ਬੁੱਢੀਆਂ ਔਰਤਾਂ ਦੀਆਂ ਦੁੱਖੜੇ ਭਰੀਆਂ ਚਿੱਠੀਆਂ। ਬੁੱਢੀਆਂ ਆਪਣੇ ਦੁੱਖੜੇ ਭਰੀਆਂ ਚਿੱਠੀਆਂ ਲਿਖਵਾਉਂਦੀਆਂ ਸਨ ਜਿਵੇਂ ਕਿ ਕਿਸੇ ਦੀ ਨੂੰਹ ਕਪੱਤੀ ਹੈ, ਠੀਕ ਹੈ, ਕਿਸੇ ਦੀ ਧੀ ਦੁਖੀ ਹੈ, ਕਿਸੇ ਦਾ ਪੁੱਤ ਫੌਜ ਵਿੱਚ ਭਰਤੀ ਹੋ ਗਿਆ ਸੀ, ਕਿਸੇ ਦਾ ਹੱਥ ਤੰਗ ਸੀ, ਕਿਸੇ ਦੇ ਲੰਮੇ ਮੁਕੱਦਮੇ ਚੱਲ ਰਹੇ ਸਨ, ਕਿਸੇ ਦੀ ਧੀ ਲੰਬੀ ਬਿਮਾਰੀ ਕਾਰਨ ਪੇਕਿਆਂ ਤੇ ਬੈਠੀ ਹੋਈ ਹੈ ਅਤੇ ਸਹੁਰੇ ਉਸ ਨੂੰ ਲਿਜਾਂਦੇ ਨਹੀਂ ਹਨ, ਡਾਕਟਰ ਉਸ ਨੂੰ ਨਿੱਤ ਨਵੇਂ ਟੀਕੇ ਲਗਾ ਕੇ ਆਪਣਾ ਘਰ ਭਰ ਰਿਹਾ ਹੈ, ਉਹਨਾਂ ਦਿਨਾਂ ਨੂੰ ਦਿਨ ਬ ਦਿਨ ਕੀ ਆ ਕੰਗਾਲ ਕਰ ਰਿਹਾ। ਫਿਰ ਜਿਵੇਂ ਬੁੜੀਆਂ ਔਰਤਾਂ ਕਿਵੇਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਨੇ ਆਪਣੇ ਮੁੰਡਿਆਂ ਨੂੰ ਜਾਂ ਆਪਣੇ ਘਰ ਵਾਲਿਆਂ ਨੂੰ, ਕਹਿੰਦੀਆਂ ਨੇ, ਕਹਿੰਦੀ ਫਿਰ ਉਹ ਘਰ ਦੀਆਂ ਗੱਲਾਂ ਬਾਤਾਂ ਦੱਸਦੀਆਂ, ਜਿੱਦਾਂ ਕਿ ਮੇਰੀ ਸੱਸ ਬਹੁਤ ਮੇਰੇ ਨਾਲ ਮੇਰੀ ਜਿੱਦਾਂ ਨੌਂ ਆ ਮੇਰੇ ਨਾਲ ਬਹੁਤ ਜ਼ਿਆਦਾ ਲੜਦੀ ਰਹਿੰਦੀ ਹੈ। ਕੋਈ ਨੌਂ ਕਹਿੰਦੀ ਹੈ ਮੇਰੀ ਸੱਸ ਮੇਰੇ ਨਾਲ ਬਹੁਤ ਜ਼ਿਆਦਾ ਲੜਦੀ ਰਹਿੰਦੀ ਹੈ। ਕੋਈ ਕਹਿੰਦੀ ਹੈ ਕਿ ਮੇਰੀ ਧੀ ਦੁਖੀ ਹੈ, ਹਜੇ ਤੱਕ ਕੀ ਹੈ ਉਹ ਪੇਕੇ ਘਰ ਬੈਠੀ ਹੈ। ਕੋਈ ਕਹਿੰਦੇ ਹੈ ਕਿ ਸਾਡੇ ਘਰ ਬਿਮਾਰੀਆਂ ਜਾਂ ਮੁਕੱਦਮਿਆਂ ਨੇ ਹੀ ਘਰ ਬਣਾਇਆ ਹੋਇਆ ਹੈ, ਆਪਣਾ ਮੁਕੱਦਮੇ ਚੱਲੀ ਜਾਂਦੇ ਨੇ, ਠੀਕ ਆ। ਤੇ ਬੁੜੀ ਕੀ ਕਹਿੰਦੀ ਆ, ਕਹਿੰਦੀ ਇਹ ਸਾਰੀਆਂ ਗੱਲਾਂ ਦੱਸ ਕੇ ਉਹਨੂੰ ਕਹਿੰਦੀ ਹੈ ਕਿ ਫੌਜ ਦੇ ਵਿੱਚੋਂ ਜਲਦੀ ਆ ਜਾਵੇ, ਠੀਕ ਹੈ। ਨੈਕਸਟ ਹੈ ਲੋਕਾਂ ਦੇ ਦੁੱਖ ਲਿਖ ਕੇ ਦੁਖੀ। ਅੰਤ ਜਿਹੜਾ ਮੋਹਨ ਸਿੰਘ ਆ ਉਹ ਲੋਕਾਂ ਦੇ ਜਿਹੜੇ ਹੈਗੇ ਨੇ ਦੁੱਖ ਲਿਖ ਕੇ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਹੋਇਆ। ਉਹਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਹ ਕਰੇਗੀ, ਠੀਕ ਹੈ। ਮੋਹਨ ਸਿੰਘ ਜਿਹੇ ਦੁੱਖੜੀਆਂ ਭਰੀਆਂ ਚਿੱਠੀਆਂ ਲਿਖ ਕੇ ਦੁਖੀ ਹੋ ਜਾਂਦਾ ਸੀ। ਉਹ ਲੋਕਾਂ ਦੇ ਰਾਜ਼ੀ ਹੋਣ ਬਾਰੇ ਅਤੇ ਖੁਸ਼ੀਆਂ ਮਨਾਉਣ ਵਾਲੇ ਸੋਚਦਾ ਹੈ ਤੇ ਨਾਲ ਹੀ ਨਾਲ ਸੋਚਦਾ ਹੈ ਕਿ ਉਸ ਪਾਸੋਂ ਲੋਕ ਸੋਹਣੀਆਂ ਸੰਨੀਆਂ ਗੱਲਾਂ ਕਦੋਂ ਲਿਖਵਾਉਣਗੇ। ਉਹ ਸੋਚਦਾ ਗੌਤਮ ਬੁੱਧ ਦੀ ਜਿਹੜੀ ਫਿਲਾਸਫੀ ਵਿੱਚ ਜਾ ਵੜਦਾ ਹੈ। ਗੌਤਮ ਬੁੱਧ ਕੀ ਕਹਿੰਦੇ ਹਨ ਕਿ ਇਹ ਦੁਨੀਆ ਦੁੱਖਾਂ ਦਾ ਕੀ ਹੈ ਘਰ ਹੈ, ਹਮੇਸ਼ਾ ਸੁੱਖ ਦੇ ਵਿੱਚ ਵੀ ਦੁੱਖ ਨੂੰ ਭਾਲਦੇ ਰਹਿੰਦੇ ਨੇ। ਕਦੀ ਉਹ ਸੋਚਦਾ ਹੈ ਕਿ ਉਹ ਪਿੰਡੋਂ ਭੱਜ ਜਾਵੇ, ਕਦੀ ਉਸ ਪਾਸੋਂ ਚਿੱਠੀ ਨਹੀਂ ਲਿਖਵਾਉਣਗੇ ਤੇ ਨਾ ਹੀ ਉਹ ਕੀ ਹੈ ਕਦੇ ਦੁਖੀ ਹੋਵੇਗਾ। ਭਾਵ ਕਿ ਉਹ ਇੰਨਾ ਜ਼ਿਆਦਾ ਦੁਖੀ ਹੋ ਚੁੱਕਿਆ, ਉਹ ਸੋਚਦਾ ਕਿ ਲੋਕੀ ਆਪਣੇ ਦੁੱਖੜੇ ਹਮੇਸ਼ਾ ਮੇਤੋਂ ਲਿਖਵਾਉਂਦੇ ਰਹਿੰਦੇ ਨੇ। ਕਹਿੰਦੀ ਉਹ ਘੜੀ ਕਦੋਂ ਆਵੇਗੀ ਜਦੋਂ ਕੋਈ ਲੋਕੀ ਸੁੱਖ ਸਾਂਦ ਦੀ ਖਬਰ ਮੇਤੋਂ ਲਿਖਵਾਉਣਗੇ। ਲੋਕਾਂ ਨੂੰ ਮੋਹਨ ਤੇ ਵਿਸ਼ਵਾਸ। ਜਦੋਂ ਕਪੂਰੇ ਦਾ ਪੁੱਤਰ ਮੇਗਾ, ਮੇਲੋ ਦੀ ਧੀ ਸ਼ਰਬਤੀ ਅਤੇ ਨਾਈਆਂ ਦਾ ਘੋਟਾ, ਠੀਕ ਹੈ, ਇਹ ਵੀ 5ਵੀਂ ਜਮਾਤ ਵਿੱਚ ਹੋ ਗਏ ਹਨ ਤੇ ਸੋਹਣ ਸਿੰਘ ਨੇ ਲੋਕਾਂ ਨੂੰ ਇਸ਼ਾਰੇ ਨਾਲ ਸਮਝਾਉਂਦਾ ਹੈ ਕਿ ਉਸ ਕੋਲੋਂ ਲੋਕ ਚਿੱਠੀਆਂ ਲਿਖਵਾ ਲਿਆ ਕਰਨ ਤਾਂ ਅੱਗੋਂ ਕੀ ਜਵਾਬ ਮਿਲਦਾ ਹੈ ਕਿ ਉਹ ਆਪਣੀ ਹਰ ਗੱਲ ਉਸ ਦੀਆਂ ਧੀਆਂ ਪੁੱਤਰਾਂ ਵਾਂਗ ਸਾਂਝੀਆਂ ਕਰ ਲੈਂਦੇ ਹਨ, ਆਪਣੇ ਸੁੱਖ ਦੁੱਖ ਵੀ ਫੋਲ ਲੈਂਦੇ ਨੇ। ਭਾਵ ਕਿ ਮੋਹਨ ਸਿੰਘ ਦੇ ਉੱਪਰ ਲੋਕਾਂ ਦਾ ਇੰਨਾ ਜ਼ਿਆਦਾ ਵਿਸ਼ਵਾਸ ਹੈ ਕਿ ਆਪਣੇ ਘਰ ਦੀ ਨਿੱਕੀ ਤੋਂ ਨਿੱਕੀ ਗੱਲ ਕੀ ਆ ਮੋਹਨ ਸਿੰਘ ਕੋਲ ਕਰਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਆਪਣੇ ਘਰ ਦੇ ਭੇਦ ਕਦੇ ਕਿਸੇ ਹੋਰ ਕੋਲ ਨਹੀਂ ਖੋਲ ਸਕਦੇ, ਅਸੀਂ ਜਿਹੜੀ ਵੀ ਗੱਲ ਕਰਨੀ ਆ ਉਹ ਤੇਰੇ ਨਾਲ ਹੀ ਕਰਨੀ ਹੈ। ਇਸ ਕਰਕੇ ਉਹ ਮੋਹਨ ਸਿੰਘ ਤੋਂ ਹੀ ਚਿੱਠੀਆਂ ਲਿਖਵਾਉਂਦੇ ਹਨ। ਮੋਹਨ ਦਾ ਪਛਤਾਵਾ। ਜਦੋਂ ਮੋਹਨ ਨੂੰ ਪਿੰਡ ਦੇ ਲੋਕ ਮੋਹਨ ਸਿਆਂ ਕਹਿ ਕੇ ਬੁਲਾਉਂਦੇ ਸਨ ਤਾਂ ਉਸਨੂੰ ਬਹੁਤ ਚੰਗਾ ਲੱਗਦਾ ਸੀ। ਉਹ ਸੋਚ ਕੇ ਨੀਵੀਂ ਪਾ ਲੈਂਦਾ ਹੈ ਤੇ ਉਸਨੂੰ ਸ਼ਰਮ ਜਿਹੀ ਆ ਜਾਂਦੀ ਹੈ। ਮੋਹਨ ਸਿੰਘ ਨੂੰ ਪਛਤਾਵਾ ਹੁੰਦਾ ਹੈ ਕਿ ਮੈਂ ਚਿੱਠੀ ਲਿਖਵਾਉਣ ਤੋਂ ਕਿਉਂ ਨਾ ਕਰਦਾ ਹਾਂ, ਜਦ ਕਿ ਉਹ ਲੋਕ ਮੈਨੂੰ ਆਪਣੇ ਪਰਿਵਾਰ ਦਾ ਇੱਕ ਜੀ ਸਮਝਦੇ ਨੇ। ਫਿਰ ਕੀ ਹੈ, ਕਹਿੰਦੇ ਲੋਕੀ ਉਹ ਕਹਿੰਦੇ ਨੇ,
ਠੀਕ ਹੈ। ਉਸਨੂੰ ਪਛਤਾਵਾ ਹੁੰਦਾ ਕਿ ਲੋਕੀ ਮੇਰੇ ਨਾਲ ਇੰਨੇ ਪਿਆਰ ਨਾਲ ਪੇਸ਼ ਆਉਂਦੇ ਨੇ, ਮੈਨੂੰ ਮੋਹਨ ਸਿਆਂ ਕਹਿੰਦੇ ਨੇ, ਤੇ ਮੈਂ ਕਈ ਵਾਰ ਲੋਕਾਂ ਨੂੰ ਕੀ ਕਰਦਾ ਹਾਂ, ਜਵਾਬ ਦੇ ਦਿੰਦਾ ਹਾਂ ਚਿੱਠੀ ਲਿਖਣ ਤੇ। ਅਜੇ ਪਰਸੋਂ ਦੀ ਗੱਲ ਸੀ ਕਿ ਜਾਗਰ ਫੌਜੀ ਦੀ ਮਾਂ ਹਰਕੁਰਸ ਕੋਲੋਂ ਚਿੱਠੀ ਲਿਖਵਾਉਣ ਲਈ ਆਪਣੇ ਘਰ ਲਿਜਾਣ ਲਈ ਆਈ ਤਾਂ ਮੋਹਨ ਸਿੰਘ ਨੇ ਟਾਲ ਮਟੋਲ ਕਰ ਦਿੱਤੀ, ਪਰ ਜਦੋਂ ਬਜ਼ੁਰਗ ਔਰਤ ਦੀਆਂ ਅੱਖਾਂ ਭਰ ਆਈਆਂ ਤਾਂ ਮੋਹਨ ਸਿੰਘ ਕੀ ਆ, ਉਸ ਦੇ ਪਿੱਛੇ ਪਿੱਛੇ ਤੁਰ ਗਿਆ। ਭਾਵ ਕਿ ਉਹ ਬਹੁਤ ਦਿਲ ਦਾ ਨਰਮ ਸੀ ਤੇ ਹਰ ਇੱਕ ਦੀ ਛੇਤੀ ਗੱਲ ਵਿੱਚ ਪਿਘਲ ਜਾਂਦਾ ਸੀ। ਮੋਹਨ ਸਿੰਘ ਦੀ ਆਓ ਭਗਤ ਕਰਨੀ। ਜਾਗਰ ਦੀ ਮਾਂ ਨੇ ਮੋਹਨ ਨੂੰ ਆਪਣੇ ਘਰ ਲੈ ਜਾ ਕੇ ਕਾੜਨੀ ਵਿੱਚੋਂ ਦੁੱਧ ਗਲਾਸ ਭਰ ਕੇ ਪੀਣ ਨੂੰ ਦਿੱਤਾ। ਉਸਨੇ ਨਾ ਨੁੱਕਰ ਵੀ ਕੀਤੀ, ਪਰ ਉਸਨੇ ਉਸਨੂੰ ਕਿਹਾ ਕਿ ਉਸਦੇ ਘਰ 2 ਨਵੇਰੀਆਂ ਖੜੀਆਂ ਹਨ, ਅਸੀਂ ਕਿਹੜਾ ਕਿਤੋਂ ਮੁੱਲ ਲੈਣਾ, ਜੇਕਰ ਵੇਲੇ ਕੁਵੇਲੇ ਲੋੜ ਪਵੇ ਤਾਂ ਲੈ ਜਾਈ, ਬਸ ਜਰਾ ਚਿੱਠੀ ਦੇ ਬੋਲ ਚੰਗੇ ਲਿਖ ਦੇਵੀ। ਦੇਈ ਤੇ ਕਾਸੀ ਦੀ ਥਾਲੀ ਵਿੱਚ ਰੱਖ ਕੇ ਪੋਸਟ ਕਾਰਡ ਮੈਨੂੰ ਫੜਾ ਦਿੱਤਾ। ਫਿਰ ਉਸਨੂੰ ਦੁੱਧ ਪੀਣ ਲਈ ਕਿਹਾ। ਜਦੋਂ ਉਸਨੇ ਦੁੱਧ ਪੀਤਾ ਤਾਂ ਬਹੁਤ ਗਰਮ ਸੀ। ਬੁੱਢੀ ਔਰਤ ਨੇ ਦੁੱਧ ਫੈਂਟ ਕੇ ਠੰਡਾ ਕਰ ਦਿੱਤਾ। ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ, ਤੂੰ ਦੁੱਧ ਜਿੰਨਾ ਮਰਜ਼ੀ ਪੀ, ਭਾਵੇਂ ਆਪਣੇ ਘਰ ਲਈ ਵੀ ਲੈ ਜਾ, ਪਰ ਕਹਿੰਦੀ ਮੇਰੀ ਚਿੱਠੀ ਦੇ ਜਿਹੜੇ ਬੋਲ ਹੈਗੇ ਨੇ ਵਧੀਆ ਲਿਖੀ। ਨੈਕਸਟ ਹੈ ਹਰ ਕੌਰ ਦਾ ਦੁਖੀ ਹੋਣਾ ਬਹੁਤ ਜ਼ਿਆਦਾ। ਠੀਕ ਹੈ, ਉਸ ਨੂੰ ਹੌਕਾ ਭਰ ਕੇ ਕਹਿੰਦੀ ਹੈ ਕਿ ਪੁੱਤਰ ਮੋਹਨੀਆ, ਜਰਾ ਚੰਗੀ ਤਰ੍ਹਾਂ ਚਿੱਠੀ ਲਿਖੀ, ਜਿਸ ਨੂੰ ਪੜ੍ਹ ਕੇ ਮੇਰਾ ਮੁੰਡਾ ਫੌਜ ਵਿੱਚੋਂ ਨਾਵਾਂ ਕਟਾ ਆਵੇ। ਅਸੀਂ ਬਹੁਤ ਦੁਖੀ ਹਾਂ ਪੁੱਤ। ਇਹ ਕਹਿ ਕੇ ਉਸ ਦੀਆਂ ਅੱਖਾਂ ਕੀ ਭਰ ਆਉਂਦੀਆਂ ਹਨ। ਇਸ ਤੋਂ ਇਲਾਵਾ ਘਰ ਦੇ ਅੰਦਰੋਂ ਥੰਮਲੇ ਹਿਲਾਉਂਦੇ ਹਰ ਕੌਰ ਉਹਨੂੰ ਕਰਤਾਰੋ ਹਾਏ ਹਾਏ ਦੀ ਆਵਾਜ਼ ਸੁਣੀ, ਜਿਸ ਨੇ ਪਰਸੋਂ ਪੁੱਤ ਨੂੰ ਜਨਮ ਦਿੱਤਾ ਸੀ, ਪਰ ਉਹ ਮਰ ਗਿਆ। ਅੰਦਰੋਂ ਮੰਜੇ ਤੇ ਪਈ ਕੀ ਹੈ, ਬਹੁਤ ਹੀ ਜ਼ਿਆਦਾ ਤੜਫ ਰਹੀ ਹੈ। ਫਿਰ ਇੱਕ ਬੁੱਢੀ ਹੈ ਜਿਹੜੀ ਉਹ ਆਪਣੇ ਮੁੰਡੇ ਨੂੰ ਚਿੱਠੀ ਲਿਖਵਾਉਂਦੀ ਆ ਤੇ ਮੋਹਨ ਸਿੰਘ ਨੂੰ ਕਹਿੰਦੀ ਆ ਕਿ ਤੂੰ ਇਦਾਂ ਦੀ ਚਿੱਠੀ ਲਿਖੀ ਦਰਦ ਭਰੀ, ਜਿਹਨੂੰ ਪੜ੍ਹ ਕੇ ਸੁਣ ਕੇ ਮੇਰਾ ਜਿਹੜਾ ਪੁੱਤ ਹੈ ਫੌਜ ਦੇ ਵਿੱਚੋਂ ਕੀ ਆਪਣਾ ਲਾਵਾਂ ਹੀ ਕਟਵਾ ਕੇ ਆ ਜਾਵੇ, ਭਾਵ ਆਪਣਾ ਨਾਮ ਹੀ ਕਟਵਾ ਕੇ ਆ ਜਾਵੇ। ਫਿਰ ਉਹ ਆਪਣੀ ਨੌਂ ਬਾਰੇ ਦੱਸਦੀ ਆ ਕਿ ਜਿੱਦਾਂ ਉਹਦੇ ਮੁੰਡਾ ਹੋਇਆ ਸੀ, ਭਾਵ ਕਿ ਉਹਦਾ ਪੋਤਾ ਹੋ ਕੇ ਮਰ ਗਿਆ ਤੇ ਹੁਣ ਜਿਹੜੀ ਉਹਦੀ ਨੌਂ ਹੈ ਅੰਦਰ ਕਮਰੇ ਵਿੱਚ ਪਈ ਤੜਫ ਰਹੀ ਹੈ। ਸੋਹਣ ਸਿੰਘ ਵੱਲੋਂ ਲਿਖੀ ਗਈ ਚਿੱਠੀ। ਠੀਕ ਹੈ, ਮੋਹਨ ਵੱਲੋਂ ਲਿਖੀ ਗਈ ਰਾਜੀ ਖੁਸ਼ੀ ਤੇ ਉਹਦੀ ਰਾਜੀ ਖੁਸ਼ੀ ਪੁੱਛੀ ਤਾਂ ਮੋਹਨ ਵੱਲੋਂ ਲਿਖੀ ਗਈ ਰਾਜੀ ਖੁਸ਼ੀ ਤੇ ਉਹਦੀ ਰਾਜੀ ਖੁਸ਼ੀ ਪੁੱਛੀ ਤਾਂ ਔਰਤ ਨੇ ਪੁੱਤ ਨੂੰ ਲਿਖਾਉਣਾ ਸ਼ੁਰੂ ਕੀਤਾ। ਉਸਦਾ ਬਾਪੂ 5ਵੀਂ ਤਰੀਕ ਭੁਗਤ ਆਇਆ ਹੈ, 15 ਦੀ ਫੇਰ ਪੇਸ਼ੀ ਹੈ। ਫਿਰ ਉਸਨੇ ਕਿਹਾ ਕਿ ਦੀਪੋ ਦੇ ਪ੍ਰਾਹੁਣੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਕਿ ਉਹ ਕਿੱਥੇ, ਉਸ ਦਾ ਕੋਈ ਥੋਂ ਪਤਾ ਨਾ ਲੱਭੇ। ਬੂਰੀ ਮਾਂ ਐਤਕੀ ਤੂੰ ਗਈ, ਨਾਜੀ ਉਸ ਦੀ ਪੂਛ ਨੂੰ ਬਾਹਮਣੀ ਲੱਗ ਗਈ, ਪਰ ਉਹ ਠੀਕ ਹੈ, ਪੂਛ ਵੱਢ ਕੇ ਉਸ ਦੀ ਕਦਰ ਅੱਧੀ ਹੋ ਗਈ ਹੈ। ਠੀਕ ਹੈ, ਫਿਰ ਉਹ ਕਿਹੜੀਆਂ ਗੱਲਾਂ ਲਿਖਵਾਉਂਦੀਆਂ ਕਿ ਜਿੱਦਾਂ ਕਿ ਉਹਨਾਂ ਦੇ ਘਰ ਇੱਕ ਕੇਸ ਚੱਲ ਰਿਹਾ ਉਹਦੇ ਬਾਪੂ ਦਾ, ਉਹਦੀਆਂ ਤਰੀਕਾਂ ਪੇਸ਼ੀਆਂ ਤੇ ਪੇਸ਼ੀਆਂ ਪਈ ਜਾਂਦੀਆਂ ਨੇ। ਠੀਕ ਹੈ, ਉਹਨਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਵਗੈਰਾ ਵਗੈਰਾ, ਇਦਾਂ ਦੀਆਂ ਗੱਲਾਂ ਲਿਖਵਾਉਂਦੇ। ਉਹ ਬੋਲਦੀ ਗਈ, ਨਾਰੇ ਬੋਲਤ ਦਾ ਮੋਢਾ ਮਤਾੜਿਆ ਗਿਆ, ਉਸਦੇ ਉਹਨਾਂ ਨੇ ਬਾਰੂ ਨੂੰ ਇਸ ਲਈ ਵੇਚਿਆ ਹੈ ਕਿ ਉਸਦੇ ਜ਼ਮੀਨ ਦਾ ਮਾਮਲਾ ਦੇਣਾ ਸੀ। ਇਸ ਸਾਲ ਹੜ੍ਹ ਆ ਜਾਣ ਦੇ ਕਾਰਨ ਖੇਤਾਂ ਵਿੱਚ ਗੋਡੇ ਕਹਿੰਦੀ ਪਾਣੀ ਖੜਾ ਹੋ ਗਿਆ ਹੈ। ਮੋਹਨ ਦੇ ਪੁੱਛਣ ਨੇ ਬਾਰੂ ਕੌਣ ਹੈ ਤਾਂ ਬੁੱਢੀ ਦੱਸਦੀ ਹੈ ਕਿ ਗਾਂ ਦਾ ਬੱਚਾ। ਫਿਰ ਉਹ ਦੱਸਦੀ ਹੈ ਕਿ ਸਾਨੂੰ ਇਦਾਂ ਘਾਟਾ ਪਿਆ, ਸਾਨੂੰ ਬਾਰੂ ਨੂੰ ਵੀ ਵੇਚਣਾ ਪਿਆ। ਉਸਦਾ ਪੁੱਤਰ ਤਾਂ ਉਸ ਨੂੰ ਵੇਚਣ ਨਹੀਂ ਸੀ ਦਿੰਦਾ। ਬੁੱਢੀ ਯਾਦ ਕਰਦੀ ਹੈ ਮੇਲੋ ਵਿੱਚ ਉਸ ਦੀਆਂ ਘੁੰਗਰਾਲਾਂ ਤੇ ਨੱਥਾਂ। ਕਹਿੰਦੀ ਮੇਲੇ ਵਿੱਚ ਉਸ ਦੀਆਂ ਘੁੰਗਰਾਲਾਂ ਅਤੇ ਨੱਥਾਂ ਜੋ ਉਸਨੇ ਬਹੂ ਦੇ ਸੰਦੂਕ ਵਿੱਚ ਜਿਉੜੀਆਂ ਤੇ ਉਹ ਰੱਖੀਆਂ ਸਨ। ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਧੀ, ਥੰਮਲੇ ਨਾਲ ਲੱਗ ਕੇ ਬੈਠਾ ਰਿਹਾ, ਸਾਰਾ ਦਿਨ ਨੀਵੀਂ ਪਾ ਗਏ। ਫਿਰ ਉਹ ਦੱਸਦੀ ਆ ਕਿ ਅਸੀਂ ਉਸ ਬੌਲਦ ਨੂੰ ਵੇਚਿਆ, ਉਹਦੀ ਹਰ ਇੱਕ ਚੀਜ਼ ਅਸੀਂ ਸੰਭਾਲ ਕੇ ਰੱਖੀ ਆ, ਸਾਨੂੰ ਤਾਂ ਮੰਗੀ ਪੇਸ਼ੀ ਕਰਕੇ ਉਸਨੂੰ ਕੀ ਆ ਵੇਚਣਾ ਪਿਆ, ਜਿਹਦੇ ਕਰਕੇ ਤੇਰਾ ਚਾਚਾ ਆ ਉਹ ਬਹੁਤ ਉਦਾਸਿਆ ਪਿਆ। ਠੀਕ ਹੈ, ਹੋਰ ਉਸਨੇ ਲਿਖਵਾਇਆ ਕਿ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ, ਭਾਵ ਕਿ ਉਹਦੀ ਜਿਹੜੀ ਨੌਂ ਹੈ ਕਰਤਾਰੋ, ਉਹਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ। ਕਰਤਾਰੋ ਮਿੰਜੇ ਤੇ ਮਰਨ ਵਾਲੀ ਪਈ ਹੈ, ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਕੇ ਨਾਵਾਂ ਕਟਾ ਆਵੇ, ਚਿੱਠੀ ਨੂੰ ਤਾਰ ਸਮਝੀ। ਠੀਕ ਹੈ, ਫਿਰ ਉਹ ਕੀ ਕਹਿੰਦੀ ਹੈ ਕਿ ਜਿਹੜੀ ਉਹਦੀ ਨੌਂ ਹੈ, ਉਹਦੇ ਮੁੰਡਾ ਹੁੰਦਾ ਸਾਰੀ ਮਰ ਗਿਆ, ਉਹ ਬਹੁਤ ਦੁਖੀ ਹੈ ਤੇ ਮਿੰਜੇ ਤੇ ਪਈ ਕੁਰਲਾ ਰਹੀ ਹੈ। ਉਹਨੂੰ ਤੇਰੀ ਲੋੜ ਹੈ ਕਿ ਤੂੰ ਜਲਦੀ ਤੋਂ ਜਲਦੀ ਆਪਣੇ ਨਾਵਾਂ ਕਟਾ ਕੇ ਫੌਜ 'ਚੋਂ ਆ ਜਾ। ਫਿਰ ਬੁੱਢੀ ਆਪਣੇ ਗੁਜ਼ਰੇ ਹੋਏ ਪੋਤੇ ਨੂੰ ਯਾਦ ਕਰਦੀ ਹੈ ਤੇ ਕਹਿੰਦੀ ਹੈ, ਗੋਲ ਮਟੋਲ ਤਿੱਖਾ ਨੱਕ, ਚੌੜਾ ਮੱਥਾ ਤੇ ਭਰਮਾ ਚਿਹਰਾ, ਇੰਨ ਬਿਨ ਪਾਪ ਤੇ ਗਿਆ। ਕਹਿੰਦੀ ਜਦੋਂ ਮੈਂ ਦੀਵੇ ਦੇ ਚਾਨਣ 'ਚੋਂ ਦੇਖਿਆ ਤਾਂ ਮੈਨੂੰ ਲੱਗਾ ਜਿਵੇਂ ਮੇਰਾ ਪੁੱਤ ਫੌਜ ਵਿੱਚੋਂ ਛੁੱਟੀ ਲੈ ਕੇ ਆ ਗਿਆ ਹੋਵੇ, ਭਾਵ ਕਿ ਉਹਦੇ ਜਿਹੜਾ ਪੋਤਾ ਸੀ ਉਹ ਸੇਮ ਟੂ ਸੇਮ ਕਿਹਦੇ ਵਰਗਾ ਲੱਗਦਾ ਸੀ, ਉਹਦੇ ਪੁੱਤ ਫੌਜੀ ਵਰਗਾ ਲੱਗਦਾ ਸੀ। ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਮੋਹਨ ਉਸਨੂੰ ਦਿਲਾਸਾ ਦਿੰਦਾ ਕਹਿੰਦਾ ਹੈ ਕਿ ਭਾਬੀ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ, ਚਾਚੀ ਤੂੰ ਇਹਦਾ ਇਲਾਜ ਧਿਆਨ ਨਾਲ ਕਰਵਾ, ਨਾਲੇ ਜਿਉਂਦਾ ਰਹੇ ਸਾਡਾ ਬਾਈ। ਫਿਰ ਉਹ ਕੀ ਕਹਿੰਦਾ ਜੂਨ ਵਾਲੇ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ, ਜੇ ਤੁਸੀਂ ਇਕੱਠੇ ਰਹੋਗੇ ਸਾਰਾ ਤੰਦਰੁਸਤ ਜੀ ਰਹੇਗਾ। ਤੇ ਕਹਿੰਦਾ ਕੋਈ ਗੱਲ ਨਹੀਂ ਬੇਬੀ, ਬੱਚਾ ਤਾਂ ਫਿਰ ਵੀ ਆ ਜਾਏਗਾ। ਕਹਿੰਦਾ ਤੂੰ ਚਾਚੀ ਤੂੰ ਇਹਦਾ ਆਪਣੀ ਨੌਂ ਦਾ ਇਲਾਜ ਕਰਵਾ। ਕਹਿੰਦਾ ਠੀਕ ਆ,
ਫਿਰ ਬੁੱਢੀ ਨੇ ਖੱਦਰ ਦੇ ਪਰਨੇ ਨਾਲ ਅੱਖਾਂ ਪੂੰਝਦੇ ਹੋਏ ਪੁੱਛਿਆ, ਲਿਖਤਾ ਪੁੱਛ ਸਭ ਕੁਝ? ਸੋਹਣ ਸਿੰਘ ਨੇ ਹਾਂ ਵਿੱਚ ਜਵਾਬ ਦਿੱਤਾ। ਫਿਰ ਉਹ ਪੁੱਛਦੀ ਹੈ ਬੁੱਢੀ ਕਿ ਪੁੱਤ ਤੂੰ ਸੋਹਣ ਸਿੰਘ ਸਭ ਕੁਝ ਚਿੱਠੀ ਦੇ ਵਿੱਚ ਲਿਖਤਾ? ਤੇ ਮੋਹਨ ਸਿੰਘ ਕੀ ਕਹਿੰਦਾ? ਮੋਹਨ ਸਿੰਘ ਕਹਿੰਦਾ ਹਾਂਜੀ ਮੈਂ ਲਿਖਤਾ। ਉਸਨੇ ਕਿਹਾ ਕਿ ਇੱਕ ਵਾਰ ਸਾਰੀ ਚਿੱਠੀ ਦੇਖ ਲੈ ਤੇ ਉਸ ਨੂੰ ਸੁਣਾਵੇ ਪੜ੍ਹ ਕੇ, ਠੀਕ ਹੈ, ਚੰਗੀ ਤਰ੍ਹਾਂ ਦੇਖ ਲਾ ਤੇ ਉਹ ਚਿੱਠੀ ਉਸ ਨੂੰ ਪੜ੍ਹ ਕੇ ਸੁਣਾ। ਉਸਨੇ ਸਾਰੀ ਚਿੱਠੀ ਸੁਣਾ ਕੇ ਐਡਰੈਸ ਲਿਖ ਕੇ ਪੁੱਛਿਆ, ਬਸ ਚਾਚੀ? ਹੁਣ ਉਸਨੇ ਕਿਹਾ ਬਸ ਪੁੱਤ, ਮਤਲਬ ਕਿ ਉਹਨੇ ਕਿਹਾ ਵੀ ਮੈਂ ਚਿੱਠੀ ਵੀ ਲਿਖਤੀ, ਮੈਂ ਐਡਰੈਸ ਵੀ ਲਿਖਤਾ, ਵੀ ਚਾਚੀ ਹੁਣ ਦੱਸ ਕੀ ਕਰਨਾ। ਤੇ ਫਿਰ ਬੁੱਢੀ ਐਂਡ ਦੇ ਵਿੱਚ ਕੀ ਕਹਿੰਦੀ ਆ ਉਸ ਦੀ ਮਾਤਾ ਜਿਹੜੀ ਦਾਦੀ ਸੀਗੀ, ਠੀਕ ਹੈ, ਬੁੱਢੀ ਬਜ਼ੁਰਗ ਕੀ ਲਿਖਦੀ ਹੈ? ਲਿਖਦੇ ਬਾਕੀ ਸਭ ਸੁੱਖ ਸਾਂਦ ਹੈ। ਬੁੱਢੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਹਿੰਦੇ ਕਲਮ ਡਿੱਗ ਗਈ, ਮੋਹਨ ਸਿੰਘ ਦੇ ਫਿਰ ਹੱਥੋਂ ਕਲਮ ਡਿੱਗ ਗਈ। ਉਹ ਕਹਿੰਦਾ ਇੰਨਾ ਕੁਛ ਲਿਖਾ ਕੇ ਇੰਨੀਆਂ ਦੁੱਖ ਭਰੀਆਂ ਗੱਲਾਂ ਕਹਿੰਦਾ ਪਿੱਛੇ ਰਹਿ ਕੇ ਗਿਆ, ਕਹਿੰਦਾ ਹਜੇ ਉਹ ਕਹਿੰਦੀ ਹੈ ਬਾਕੀ ਸਭ ਸੁੱਖ ਸਾਂਦ ਹੈ। ਬੱਚੇ ਇਹ ਸੀਗੀ ਤੁਹਾਡੀ ਅੱਜ ਦੀ ਸਟੋਰੀ। ਤੁਸੀਂ ਇਸ ਸਟੋਰੀ ਨੂੰ ਚੰਗੀ ਤਰ੍ਹਾਂ ਪੜ੍ਹਨਾ। ਇਸ ਦੇ ਰਿਲੇਟਡ ਜਿਹੜੀ ਹੈਗੀ ਆ ਤੁਹਾਡੀ ਅਸਾਈਨਮੈਂਟ ਮੈਂ ਤੁਹਾਨੂੰ ਰਿਟਨ ਦੇ ਵਿੱਚ ਨੈਕਸਟ ਦਊਂਗੀ ਤੇ ਤੁਸੀਂ ਉਹਨੂੰ ਆਪਣੀ ਫੇਅਰ ਨੋਟਬੁੱਕ ਤੇ ਕਰਨਾ ਹੈ। ਥੈਂਕਸ, ਹੈਵ ਅ ਨਾਈਸ ਡੇ।